Good morning, students. Your next topic is chronic diseases and poor health. What are chronic diseases? Chronic diseases ਉਹ diseases ਹੁੰਦੀਆਂ ਨੇ ਜਿਨ੍ਹਾਂ ਦਾ ਬਹੁਤ ਨੁਕਸਾਨ ਹੁੰਦਾ। ਇੱਕ ਤਾਂ disease chronic ਆ ਗਈਆਂ ਨੇ, ਠੀਕ ਆ, ਤੇ ਇੱਕ health ਕੀ ਹੋ ਗਈ ਆ, poor health ਹੋ ਗਈ ਆ। We can imagine acute and chronic diseases have different effects on our health. Acute ਤੇ chronic diseases ਤੁਸੀਂ ਕਰ ਚੁੱਕੇ ਹੋ। Acute ਜਿਹੜੀਆਂ ਥੋੜ੍ਹੇ ਸਮੇਂ ਲਈ ਹੁੰਦੀਆਂ ਨੇ, chronic ਜਿਹੜੀਆਂ long term ਦੇ ਜਿਨ੍ਹਾਂ ਦਾ ਜ਼ਿਆਦਾ ਇਫੈਕਟ ਆ, ਲਾਈਕ ਕੈਂਸਰ। ਕਹਿੰਦਾ these have acute ਹੋ ਗਈ ਤੁਹਾਡੇ ਕੋਲ ਜਿਵੇਂ common cold, chronic ਹੋ ਗਈ ਤੁਹਾਡੇ ਕੋਲ ਕੈਂਸਰ, ਏਡਸ, ਇਹ ਜਿਹੜੀਆਂ ਲਾਈਫ ਟਾਈਮ ਚੱਲਦੀਆਂ ਨੇ ਉਹ ਤੁਹਾਡੇ ਕੋਲ ਹੋ ਗਈਆਂ chronic। acute and chronic diseases have different effect, ਦੋਨਾਂ ਦਾ ਆਪਣੀ ਹੈਲਥ ਦੇ ਉੱਤੇ ਅਲੱਗ-ਅਲੱਗ ਇਫੈਕਟ ਹੈ। any disease that cause poor functioning of some part of the body will affect our general health as well as, ਕੋਈ ਵੀ disease ਆ ਚਾਹੇ acute ਆ ਚਾਹੇ chronic ਆ, ਜਿਹੜੀ ਸਾਡੀ ਕਿਸੇ ਵੀ body ਦੇ ਕਿਸੇ ਕੁਛ ਪਾਰਟਸ ਨੂੰ, ਚਾਹੇ ਇੱਕ ਪਾਰਟ 'ਤੇ ਚਾਹੇ ਦੋ 'ਤੇ, ਕਿਸੇ ਵੀ ਪਾਰਟ ਦੇ ਉੱਤੇ ਜਿਹਦਾ ਇਫੈਕਟ ਬੁਰਾ ਪੈਂਦਾ ਆ, ਠੀਕ ਆ ਜੀ। ਕੋਈ ਵੀ ਡਿਜ਼ੀਜ਼ ਆ ਚਾਹੇ acute ਆ ਚਾਹੇ chronic ਆ, ਜਿਹੜੀ ਆਪਣੀ ਬੋਡੀ ਦੇ ਸਮ ਪਾਰਟਸ ਦੀ ਫੰਕਸ਼ਨਿੰਗ ਦੇ ਉੱਤੇ ਬੁਰਾ ਇਫੈਕਟ ਪਾਉਂਦੀ ਆ, ਤਾਂ ਉਹ ਸਾਡੀ ਹੈਲਥ 'ਤੇ ਵੀ ਬੁਰਾ ਇਫੈਕਟ ਪਾਉਂਦੀ ਆ। ਦਿਸ ਇਜ਼ ਬਿਕੋਜ਼ ਆਲ ਫੰਕਸ਼ਨਸ ਆਫ ਦਾ ਬੋਡੀ ਆਰ ਨੈਸੈਸਰੀ ਫਾਰ ਜਨਰਲ ਹੈਲਥ। ਇਹ ਨਹੀਂ ਵੀ ਜੇ ਸਾਡੀ ਇੱਕ ਲੱਤ ਦੁਖਦੀ ਆ ਤਾਂ ਅਸੀਂ ਸਹੀ ਆ, ਉਹ ਕਹਿੰਦਾ ਸਹੀ ਅਸੀਂ ਤਾਂ ਹੀ ਹੋਵਾਂਗੇ ਜੇ ਸਾਡੇ ਸਾਰੇ ਬੋਡੀ ਪਾਰਟਸ ਸਹੀ ਹੋਣਗੇ। ਸਮਝ ਗਏ ਨਾ ਪੁੱਤਰ ਜੀ, ਕਿ ਜੇ ਸਾਡਾ ਇੱਕ ਵੀ ਬੋਡੀ ਪਾਰਟਸ ਕੁਝ ਪ੍ਰੋਬਲਮ ਆ, ਕੋਈ ਪੇਨ ਹੋ ਰਹੀ ਆ, ਤਾਂ ਅਸੀਂ ਪੂਰੇ ਹੈਲਦੀ ਨਹੀਂ ਹੁੰਦੇ। ਐਨ ਅਕਿਊਟ ਡਿਜ਼ੀਜ਼ ਵਿਚ ਇਜ਼ ਓਵਰ ਵੈਰੀ ਸੂਨ, ਅਕਿਊਟ ਡਿਜ਼ੀਜ਼ ਬਹੁਤ ਛੇਤੀ ਠੀਕ ਹੋ ਜਾਂਦੀਆਂ ਨੇ ਐਂਡ ਵਿਲ ਹੈਵ ਨੋ ਟਾਈਮ ਟੂ ਕਾਜ਼, ਮੇਜਰ ਇਫੈਕਟ ਵੀ ਨਹੀਂ ਕਰਦੀਆਂ ਸਾਡੀ ਹੈਲਥ ਦੇ ਉੱਤੇ। ਜਿਹੜੀਆਂ ਕ੍ਰੋਨਿਕ ਡਿਜ਼ੀਜ਼ਸ ਨੇ ਉਹ ਕਰਦੀਆਂ ਨੇ। ਨੈਕਸਟ ਦੇ ਹੈਵ ਟੇਕਨ ਦਾ ਐਗਜ਼ਾਮਪਲ, think about a cough and cold which all of us have from time to time। ਔਰ ਐਗਜ਼ਾਮਪਲ ਇਹ ਆ ਕਿ ਕਫ ਅਤੇ ਕੋਲਡ ਆਪਾਂ ਸਾਰਿਆਂ ਨੂੰ ਆਮ ਹੁੰਦੀ ਰਹਿੰਦੀ ਆ। ਉਹਦੇ ਵਿੱਚੋਂ ਕਈ ਸਾਡੇ ਠੀਕ ਹੋ ਜਾਂਦੇ ਨੇ, ਛੇਤੀ ਵੈਲ ਹੋ ਜਾਂਦੇ ਨੇ ਇੱਕ ਹਫਤੇ ਦੇ ਅੰਦਰ ਹੀ ਜਾਂ 4-5 ਦਿਨਾਂ ਦੇ ਅੰਦਰ। ਐਂਡ ਦੇਅਰ ਆਰ ਨੋ ਬੈਡ ਇਫੈਕਟਸ ਔਨ ਆਰ ਹੈਲਥ, ਅਤੇ ਉਹਦਾ ਸਾਡੀ ਹੈਲਥ ਦੇ ਉੱਤੇ ਕੋਈ ਬੈਡ ਇਫੈਕਟ ਨਹੀਂ ਪੈਂਦਾ। ਵੀ ਡੂ ਨੋਟ, ਨਾ ਉਹਦੇ ਨਾਲ ਅਸੀਂ ਵੇਟ ਲੂਜ਼ ਹੁੰਦੇ ਹਾਂ, ਨਾ ਅਸੀਂ ਉਹਦੇ ਨਾਲ ਸਾਨੂੰ ਸਾਹ ਲੈਣ 'ਚ ਕੋਈ ਪ੍ਰੋਬਲਮ ਆਉਂਦੀ ਆ, ਨਾ ਅਸੀਂ ਥੱਕੇ ਮਹਿਸੂਸ ਕਰਦੇ ਹਾਂ ਸਾਰਾ ਦਿਨ। ਕੁਛ ਦਿਨਾਂ ਤੋਂ ਬਾਅਦ ਕਫ ਅਤੇ ਕੋਲਡ ਖਤਮ ਹੋ ਜਾਂਦੇ ਨੇ। ਬਟ ਵੀ ਗੈਟ ਇਨਫੈਕਟਡ ਜੇ ਸਾਨੂੰ ਕ੍ਰੋਨਿਕ ਡਿਜ਼ੀਜ਼ ਹੋ ਗਈ ਸੱਚ ਐਸ ਟਿਊਬਰਕਲੋਸਿਸ, ਮੀਨਸ TB ਹੋ ਗਈ ਲੰਗਸ ਦੇ ਵਿੱਚ, ਦੈਨ ਬੀਇੰਗ ਇਲ ਆਲ ਓਵਰ ਦਾ ਈਅਰ ਡਜ਼ ਮੇਕ ਅਸ ਲੂਜ਼ ਵੇਟ, ਤਾਂ ਬਹੁਤ ਸਾਲਾਂ ਤੱਕ ਅਸੀਂ ਬਿਮਾਰ ਰਹਾਂਗੇ। ਉਹਦੇ ਨਾਲ ਸਾਡਾ ਵੇਟ ਵੀ ਲੂਜ਼ ਹੋਊਗਾ ਅਤੇ ਅਸੀਂ ਫੀਲ ਵੀ ਮਹਿਸੂਸ ਕਰਾਂਗੇ, ਟਾਇਰਡ ਹੋਏ ਵੀ ਮਹਿਸੂਸ ਕਰਾਂਗੇ। ਵੀ ਮੇ ਨਾਟ ਗੋ ਟੂ ਸਕੂਲ ਫਾਰ ਏ ਫਿਊ ਡੇਜ਼ ਇਫ ਵੀ, ਜੇ ਅਕਿਊਟ ਆ ਤਾਂ ਕੁਛ ਕੁ ਦਿਨਾਂ ਲਈ ਸਕੂਲ ਨਹੀਂ ਜਾਵਾਂਗੇ, 2-4 ਬਸ, ਉਸ ਤੋਂ ਬਾਅਦ ਠੀਕ ਹੋ ਜਾਵਾਂਗੇ। ਜੇ ਕ੍ਰੋਨਿਕ ਡਿਜ਼ੀਜ਼ ਆ ਤਾਂ ਪੁੱਤਰ ਜੀ ਅਸੀਂ ਸਕੂਲ ਦੇ ਵਿੱਚ ਪੜ੍ਹਨਾ ਬਹੁਤ ਮੁਸ਼ਕਿਲ ਹੋ ਜਾਂਦਾ ਆ। ਡਿਫੀਕਲਟ ਫਾਰ ਅਸ ਟੂ ਫੋਲੋ ਵਟ ਇਜ਼ ਬੀਂਗ ਟਾਟ ਇਨ ਸਕੂਲ, ਸਕੂਲ ਜਾਣਾ ਮੁਸ਼ਕਿਲ ਹੋ ਜਾਂਦਾ ਆ। ਉਹਦੇ ਨਾਲ ਸਾਡੀ ਲਰਨਿੰਗ ਦੀ ਕਪੈਸਿਟੀ ਵੀ ਘੱਟ ਜਾਂਦੀ ਆ। ਵੀ ਆਰ ਲਾਈਕਲੀ ਟੂ ਹੈਵ ਪ੍ਰੋਲੋਂਗਡ ਜਨਰਲ ਪੂਅਰ ਹੈਲਥ ਹੋ ਜਾਂਦੀ ਆ ਇਫ ਵੀ ਹੈਵ ਏ ਕ੍ਰੋਨਿਕ ਡਿਜ਼ੀਜ਼। ਦੇਅਰਫੋਰ ਕ੍ਰੋਨਿਕ ਡਿਜ਼ੀਜ਼ ਹੈਵੀ ਵੈਰੀ ਡਰਾਸਟਿਕ ਹੁੰਦਾ, ਬਹੁਤ ਭਿਆਨਕ ਅਤੇ ਲੌਂਗ ਟਰਮ ਇਫੈਕਟ ਪੈਂਦਾ ਸਾਡੀ ਬੋਡੀ ਦੇ ਉੱਤੇ ਦੈਨ ਐਕਿਊਟ ਡਿਜ਼ੀਜ਼ ਨਾਲ। ਨੈਕਸਟ ਇਜ਼ ਕਾਜ਼ਜ਼ ਆਫ ਡਿਜ਼ੀਜ਼। ਹੁਣ ਇਹ ਡਿਜ਼ੀਜ਼ ਕਿਉਂ ਹੁੰਦੀਆਂ ਨੇ, ਚਾਹੇ ਤੁਹਾਨੂੰ ਅਕਿਊਟ ਹੋਈ ਆ ਚਾਹੇ ਤੁਹਾਨੂੰ ਕ੍ਰੋਨਿਕ ਹੁੰਦੀ ਹੈ, ਕਿਉਂ ਹੁੰਦੀਆਂ ਨੇ? We think about causes of disease, we must remember that there are many levels of such causes। ਕਿੰਨੇ ਰੀਜ਼ਨ ਨੇ ਡਿਜ਼ੀਜ਼ ਹੋਣ ਦੇ, ਠੀਕ ਆ। ਹੁਣ ਫਸਟ 1 by 1 ਉਹ ਤੁਹਾਨੂੰ ਸਮਝਾ ਰਿਹਾ, ਉਹਨੇ ਐਗਜ਼ਾਮਪਲ ਲਈ ਆ ਕਿ ਇਹ ਬੇਬੀ ਸਫਰਿੰਗ, ਇੱਕ ਬੱਚੇ ਨੂੰ ਲੂਜ਼ ਮੋਸ਼ਨ ਲੱਗੇ ਹੋਏ ਨੇ। ਅਸੀਂ ਦੇਖ ਲਿਆ ਕਿ ਲੂਜ਼ ਮੋਸ਼ਨ ਦਾ ਕਾਰਨ ਇੱਕ ਇਨਫੈਕਸ਼ਨ ਆ ਜਿਹੜੀ ਉਹਨੂੰ ਵਾਇਰਸ ਨਾਲ ਹੋਈ ਆ। ਸੋ ਇਹਦਾ ਮਤਲਬ ਹੋ ਗਿਆ ਕਿ ਕੌਜ਼, ਬਿਮਾਰੀ ਕਰਨ ਦਾ ਕੀ ਰੀਜ਼ਨ ਆ, ਉਹਨੂੰ ਕੀ ਆ, ਕਿਹਨੇ ਬਿਮਾਰੀ ਡਿਜ਼ੀਜ਼ ਕੀਤੀ ਆ, ਦੈਟ ਇਜ਼ ਡਨ ਬਾਈ ਅ ਵਾਇਰਸ। ਹੁਣ ਅਗਲਾ ਕੁਐਸਚਨ ਆ ਕਿ ਉਹ ਵਾਇਰਸ ਉੱਥੇ ਆਇਆ ਕਿੱਥੋਂ, ਬੱਚੇ ਦੇ ਕੋਲ ਕਿੱਥੋਂ ਆਇਆ।
मे बी पॉसीबल दैट केम फ्रॉम अनक्लीन ड्रिंकिंग वाटर, ਹੁਣ ਇਸ ਬੱਚੇ ਨੂੰ ਸਹੀ ਕਲੀਨ ਪਾਣੀ ਨਹੀਂ ਮਿਲਿਆ, ਅਨਕਲੀਨ ਡਰਿੰਕਿੰਗ ਵਾਟਰ ਮਿਲਿਆ। ਬਟ ਮੈਨੀ ਬੇਬੀਜ਼ ਮਸਟ ਹੈਵ ਹੈਡ ਦਿਸ ਅਨਕਲੀਨ ਡਰਿੰਕਿੰਗ ਵਾਟਰ, ਬਹੁਤ ਬੇਬੀਜ਼ ਨੇ ਜਿਨ੍ਹਾਂ ਨੂੰ ਸਹੀ ਪਾਣੀ ਕਲੀਨ ਵਾਟਰ ਨਹੀਂ ਮਿਲਦਾ, ਅਨਕਲੀਨ ਮਿਲਦਾ। ਵਾਈ ਇਜ਼ ਦੈਟ ਵਨ ਬੇਬੀ ਡਿਵੈਲਪਡ ਲੂਜ਼ ਮੋਸ਼ਨ, ਹੁਣ ਕਿੰਨੇ ਬੱਚਿਆਂ ਨੂੰ ਅਨਕਲੀਨ ਵਾਟਰ ਮਿਲਿਆ ਸੀ? ਪਹਿਲਾਂ ਤਾਂ ਇਹ ਹੋ ਗਿਆ ਵੀ ਵਾਇਰਸ, ਹੁਣ ਵਾਇਰਸ ਉੱਥੇ ਆਇਆ ਕਿਵੇਂ? ਇਹਨਾਂ ਨੇ ਲੈ ਲਿਆ, ਐਜ਼ਿਊਮ ਕੀਤਾ, ਮੰਨ ਲਿਆ ਕਿ ਉੱਥੇ ਆਇਆ ਕਿੱਥੋਂ ਆ? ਅਨਕਲੀਨ ਡਰਿੰਕਿੰਗ ਵਾਟਰ ਤੋਂ ਆ, ਵੀ ਉਹਨੇ ਜਿਹੜਾ ਪਾਣੀ ਪੀਤਾ ਉਹ ਸਾਫ਼ ਨਹੀਂ ਸੀ। ਇਹ ਵੀ ਹੋ ਸਕਦਾ ਕਿ ਬੱਚਾ ਮਿੱਟੀ 'ਚ ਖੇਡਦਾ ਉੱਥੋਂ ਆ ਗਿਆ, ਪਰ ਉਹ ਕਹਿੰਦੇ ਉਸ ਮਿੱਟੀ 'ਚ ਜਾਂ ਉਸ ਪਾਣੀ ਉਹ ਕਿੰਨੇ ਬੱਚਿਆਂ ਨੇ ਪੀਤਾ ਤੇ ਇਸ ਬੱਚੇ ਨੂੰ ਹੀ ਲੂਜ਼ ਮੋਸ਼ਨ ਕਿਉਂ ਹੋਏ, ਬਾਕੀਆਂ ਨੂੰ ਕਿਉਂ ਨਹੀਂ ਹੋਏ? ਅਗਲਾ ਰੀਜ਼ਨ ਕੀ ਆ? ਦੈਟ ਦਿਸ ਬੇਬੀ ਇਜ਼ ਨੋਟ ਹੈਲਦੀ। ਤੀਸਰਾ ਰੀਜ਼ਨ ਆ ਗਿਆ, ਫਰਸਟ ਵਾਇਰਸ ਆ ਗਿਆ, ਸੈਕਿੰਡ ਤੁਹਾਡੇ ਕੋਲੇ ਵਾਇਰਸ ਪਹੁੰਚਿਆ ਉੱਤੇ ਕਿੱਥੋਂ, ਮਤਲਬ ਕਿ ਅਨਕਲੀਨ ਵਾਟਰ ਆ ਗਿਆ। ਥਰਡ ਤੁਹਾਡੇ ਕੋਲੇ ਰੀਜ਼ਨ ਜਿਹੜਾ ਪੁੱਤਰ ਜੀ ਆ ਗਿਆ ਆ ਕਿ ਬੇਬੀ ਇਜ਼ ਨੋਟ ਹੈਲਦੀ, ਉਹ ਬੱਚਾ ਹੀ ਹੈਲਦੀ ਨਹੀਂ ਸੀ। ਐਜ਼ ਏ ਰਿਜ਼ਲਟ ਇਟ ਮਾਈਟ ਬੀ ਮੋਰ ਲਾਈਕਲੀ ਟੂ ਹੈਵ ਡਿਜ਼ੀਜ਼, ਜਿਹਦੇ ਕਰਕੇ ਇਹਨੂੰ ਛੇਤੀ ਡਿਜ਼ੀਜ਼ ਦਾ ਰਿਸਕ ਹੋ ਗਿਆ, ਡਿਜ਼ੀਜ਼ ਹੋ ਗਈ ਅਤੇ ਇਹ ਬੱਚਾ, ਇਸ ਬੱਚੇ ਨੂੰ ਵੈਨ ਐਕਸਪੋਜ਼ ਟੂ ਰਿਸਕ, ਜਦੋਂ ਇਹ ਇਹੋ ਜਿਹੀਆਂ ਵਾਇਰਸ ਵਾਲੀਆਂ ਜਗ੍ਹਾ 'ਤੇ ਜਾਊ ਤਾਂ ਇਹਨੂੰ ਹੈਲਦੀ ਬੇਬੀ ਨਾਲੋਂ ਜਲਦੀ ਡਿਜ਼ੀਜ਼ ਹੋਊ। ਹੁਣ ਫੋਰਥ ਰੀਜ਼ਨ ਆ ਗਿਆ ਤੁਹਾਡੇ ਕੋਲ, ਉਹ ਬੇਬੀ ਹੈਲਦੀ ਕਿਉਂ ਨਹੀਂ? ਸਪੋਜ਼ ਨੋਟ ਵੈਲ ਨਰਿਸ਼ਡ, ਉਹਨੂੰ ਖਾਣ ਨੂੰ ਪੂਰਾ ਨਾ ਮਿਲਿਆ ਹੋਵੇ, ਐਂਡ ਡਜ਼ ਨੋਟ ਗੈਟ ਇਨਫ ਫੂਡ, ਪੂਰਾ ਫੂਡ ਨਾ ਮਿਲਿਆ ਹੋਵੇ। ਲੈਕ ਆਫ ਗੁੱਡ ਨਰਿਸ਼ਮੈਂਟ ਬਿਕਮ ਅ ਸੈਕਿੰਡ ਕਾਜ਼ ਆਫ ਡਿਜ਼ੀਜ਼। ਜੇ ਤੁਸੀਂ ਪ੍ਰੋਪਰ ਫੂਡ ਨਹੀਂ ਖਾਂਦੇ ਤਾਂ ਤੁਹਾਡੇ ਵਿੱਚ ਉਹ ਡਿਜ਼ੀਜ਼ ਹੋਣ ਦਾ ਦੂਸਰਾ ਰੀਜ਼ਨ ਆ। ਪਹਿਲਾ ਵਾਇਰਸ ਆ ਗਿਆ ਆ, ਠੀਕ ਆ, ਫਿਰ ਦੂਸਰਾ ਰੀਜ਼ਨ ਜਿਹੜਾ ਮਤਲਬ ਨੰਬਰ 1 'ਤੇ ਆਉਂਦੇ ਆ, ਨੰਬਰ 1 ਵਾਇਰਸ ਹੋ ਗਿਆ, ਮਤਲਬ ਮੇਨ ਰੀਜ਼ਨ ਨੇ ਜਿਹੜੇ ਉਹਨਾਂ ਦੇ ਵਿੱਚ ਸੈਕਿੰਡ ਆ, ਜੇ ਤੁਸੀਂ ਪ੍ਰੋਪਰ ਗੁੱਡ ਡਾਈਟ ਵਾਲਾ ਫੂਡ ਨਹੀਂ ਲੈਂਦੇ, ਤੁਸੀਂ ਖਾਂਦੇ ਹੋ ਸਮੋਸੇ, ਬਰਗਰ, ਪੀਜ਼ੇ, ਦੀਜ਼ ਆਰ ਡਿਜ਼ੀਜ਼ ਕੌਜ਼ਿੰਗ, ਇਹ ਡਿਜ਼ੀਜ਼ ਕਰਦੇ ਨੇ, ਡਿਜ਼ੀਜ਼ ਨੂੰ ਰੋਕਦੇ ਨਹੀਂ। ਅਤੇ ਜਿਹੜਾ ਸਾਡਾ ਘਰ ਦਾ ਆ ਹੈਲਦੀ ਫੂਡ ਆ ਉਹ ਡਿਜ਼ੀਜ਼ ਰੋਕਦਾ ਆ। ਹੁਣ ਇੱਥੇ ਕੰਡੀਸ਼ਨ ਹੋਰ ਦਿਖਾਉਣਗੇ ਹੁਣ ਉਹ ਕਹਿੰਦੇ ਬੇਬੀ ਨੂੰ ਪੂਰਾ ਫੂਡ ਕਿਉਂ ਨਹੀਂ ਮਿਲਿਆ? ਬਿਕੋਜ਼ ਇਟ ਇਜ਼ ਫਰੋਮ ਏ ਹਾਊਸ ਹੋਲਡ ਵਿਚ ਇਜ਼ ਪੂਅਰ, ਇਹ ਗਰੀਬ ਫੈਮਿਲੀ ਦਾ ਸੀ। It is also possible that the baby has some genetic difference that make it more likely to suffer from loose motion when exposed to such a virus। ਇਹ ਤਾਂ ਗੱਲ ਹੋ ਗਈ ਕਿ ਉਹ ਬੇਬੀ ਕੀ ਸੀਗਾ, ਉਹਨੂੰ ਇੱਕ ਤਾਂ ਇਹੀ ਹੋ ਗਿਆ ਵੀ ਇਹਨੂੰ ਖਾਣ ਨੂੰ ਨਹੀਂ ਮਿਲਿਆ, ਗਰੀਬ ਘਰ ਦਾ ਸੀ। ਦੂਸਰਾ ਇੱਕ ਹੋਰ ਰੀਜ਼ਨ ਕੀ ਹੋ ਸਕਦਾ ਆ ਪੁੱਤਰ ਜੀ, ਕਿ ਉਹਦੇ ਜੈਨੇਟਿਕ ਡਿਫਰੈਂਸ, ਉਹਦੇ ਜੀਨਸ ਦੇ ਵਿੱਚ ਹੀ ਕੁਛ ਇਸ ਤਰ੍ਹਾਂ ਦਾ ਹੋਇਆ ਸੀ ਕਿ ਉਹਨੂੰ ਛੇਤੀ ਲੂਜ਼ ਮੋਸ਼ਨ ਦੀ ਮੈਡੀਸਨ ਲੱਗ ਜਾਂਦੀ ਆ। ਹਾਂਜੀ, ਵਿਦਾਊਟ ਦਾ ਵਾਇਰਸ ਦਾ ਜੈਨੇਟਿਕ ਡਿਫਰੈਂਸ ਔਰ ਦਾ ਪੂਅਰ ਨਰਿਸ਼ਮੈਂਟ ਅਲੋਨ ਵੁੱਡ ਨਾਟ ਲੀਡ ਟੂ ਲੂਜ਼ ਮੋਸ਼ਨ। ਉਹ ਕਹਿੰਦਾ ਵਾਇਰਸ ਤੋਂ ਬਿਨਾਂ ਜਿਹੜਾ ਜੈਨੇਟਿਕ ਡਿਫਰੈਂਸ ਆ ਇਹ ਵੀ, ਅਤੇ ਪੂਅਰ ਨਰਿਸ਼ਮੈਂਟ ਆ, ਇਹ ਦੋਨੇ ਚੀਜ਼ਾਂ ਲੂਜ਼ ਮੋਸ਼ਨ ਨਹੀਂ ਕਰ ਸਕਦੀਆਂ। ਜੇ ਮਤਲਬ ਖਾਣ ਨੂੰ ਘੱਟ ਮਿਲਿਆ ਅਤੇ ਜੈਨੇਟਿਕ ਡਿਫਰੈਂਸ ਆ ਤਾਂ ਲੂਜ਼ ਮੋਸ਼ਨ ਨਹੀਂ ਹੋਊ ਜਦੋਂ ਤੱਕ ਵਾਇਰਸ ਅਟੈਕ ਨਹੀਂ ਕਰਦਾ। ਬਟ ਦੇ ਡੂ ਬਿਕਮ ਕੰਟਰੀਬਿਊਟਰੀ ਕਾਜ਼ਜ਼ ਆਫ ਦਾ ਡਿਜ਼ੀਜ਼। ਪਰ ਉਹ ਜਦੋਂ ਵਾਇਰਸ ਨੇ ਅਟੈਕ ਕੀਤਾ ਤਾਂ ਇਹ ਵੀ ਦੋ ਰੀਜ਼ਨ ਬਣ ਗਏ ਨੇ। ਇੱਕ ਹੁਣ ਉੱਥੇ ਕਲੀਨ ਡਰਿੰਕਿੰਗ ਵਾਟਰ ਕਿਉਂ ਨਹੀਂ ਸੀ? ਬਿਕੋਜ਼ ਦਾ ਪਬਲਿਕ ਸਰਵਿਸਿਜ਼ ਆਰ ਪੂਅਰ। ਜਿਹੜਾ ਪਾਣੀ ਦੇਣ ਵਾਲਾ ਸਿਸਟਮ ਸੀ, ਪਬਲਿਕ ਸਰਵਿਸਿਜ਼ ਹੁੰਦੀ ਜਿਹੜੀਆਂ ਲੋਕਾਂ ਨੂੰ ਫੈਸਿਲਿਟੀਜ਼ ਦੇਣੀਆਂ ਨੇ ਗੌਰਮੈਂਟ ਨੇ, ਉਹ ਬਹੁਤ ਪੂਅਰ ਨੇ। ਵੇਅਰ ਦਾ ਬੇਬੀਜ਼ ਫੈਮਿਲੀ, ਜਿੱਥੇ ਉਹ ਬੇਬੀ ਦਾ ਟੱਬਰ ਫੈਮਿਲੀ ਰਹਿੰਦੀ ਸੀ ਉੱਥੇ ਜਿਹੜੀਆਂ ਪਬਲਿਕ ਸਰਵਿਸ ਸੀ ਉਹ ਬਹੁਤ ਪੂਅਰ ਸੀ। ਦੂਸਰਾ ਪੋਵਰਟੀ ਮੀਨਸ ਹੁੰਦਾ ਗਰੀਬੀ, ਔਰ ਲੈਕ ਪੋਵਰਟੀ ਗਰੀਬੀ ਹੋ ਗਈ, ਇੱਕ ਲੈਕ ਆਫ ਪਬਲਿਕ ਸਰਵਿਸਿਜ਼, ਇਹ ਵੀ ਉਹ ਬੇਬੀ 'ਚ ਡਿਜ਼ੀਜ਼ ਦਾ ਰੀਜ਼ਨ ਬਣਦੇ ਨੇ। It will now the obvious that all diseases will have immediate cause and contributory cause। ਕਹਿੰਦਾ ਜਿੰਨੀਆਂ ਵੀ ਸਾਨੂੰ ਡਿਜ਼ੀਜ਼ਜ਼ ਹੁੰਦੀਆਂ ਨੇ ਉਹਨਾਂ ਦੇ ਕਾਰਨ ਰੀਜ਼ਨ ਕੀ ਨੇ, ਚਾਹੇ ਤਾਂ ਕੋਈ ਇਮੀਡੀਏਟ ਕਾਜ਼ ਕਹਿ ਦਿਓ ਜਿਵੇਂ ਵਾਇਰਸ ਕਹਿਤਾ ਅਤੇ ਫੂਡ ਕਹਿਤਾ, ਜਾਂ ਕੰਟਰੀਬਿਊਟਰੀ ਕਾਜ਼ ਮੀਨਸ ਉਹਨੂੰ ਸਾਫ਼ ਪਾਣੀ ਨਹੀਂ ਮਿਲਿਆ, ਉਹ ਗਰੀਬ ਸੀ, ਇਹ ਕੰਟਰੀਬਿਊਟਰੀ ਕਾਜ਼ਜ਼ ਆ ਗਏ। ਗਰੀਬ ਹੋਣ ਕਰਕੇ ਉਹ ਇਸ ਤਰ੍ਹਾਂ ਦੇ ਏਰੀਏ 'ਚ ਰਹਿੰਦਾ ਸੀ ਜਿੱਥੇ ਕਲੀਨ ਵਾਟਰ ਨਹੀਂ ਸੀ। ਠੀਕ ਆ ਜੀ। ਸੋ ਨੈਕਸਟ ਵੀ ਵਿਲ ਡੂ ਇਨਫੈਕਸ਼ੀਅਸ ਅਤੇ ਨਾਨ ਇਨਫੈਕਸ਼ੀਅਸ।